सत श्री अकाल जी, मैं केबी बराड़ ते तुसी देख रहे हो चैनल शान पंजाबी मान पंजाब दा ते अज अपने खास प्रोग्राम दे विच आपां गल करांगे किताब सुपनियां दा सिरनावा दे बारे। सुपनियां दा सिरनावा किताब जिसनूं लिखिया गया अमैनी गिल दे वल्लों। तुहानूं दस दिंदे आ कि 128 टॉपिक ने जो इस किताब दे विच अलग अलग जज्बात ने जो लिखे गए, औरत दे बारे बहुत सारियां चीज़ां जो इस किताब दे विच लिखियां गईयां ने। सो इस किताब दे बारे अज आपां खास गलबात करांगे। इस किताब दे जो राइटर ने अमैनी गिल, वो अपने नाल मौजूद ने। सो स्वागत करेंगे। सत श्री अकाल मैम, ਕੀ ਹਾਲ ਨੇ ਮੈਮ? बहुत वधिया मैम। और अगर ਆਪਾਂ ਇਹ ਸੁਪਨਿਆਂ ਦਾ ਸਿਰਨਾਵਾ ਦੀ ਗੱਲ ਕਰੀਏ ਤਾਂ ਸੁਪਨਿਆਂ ਦਾ ਸਿਰਨਾਵਾ ਤੁਹਾਡੇ ਵੱਲੋਂ ਜਿਵੇਂ ਲਿਖੀ ਗਈ ਹੈ ਤਾਂ ਕੀ ਜਿਨ੍ਹਾਂ ਲੋਕਾਂ ਨੇ ਨਹੀਂ ਪੜ੍ਹੀ ਹੈਗੀ ਹਜੇ ਤੱਕ ਕੀ ਚੀਜ਼ਾਂ ਇਹਦੇ ਵਿੱਚ ਪੜ੍ਹਨ ਨੂੰ ਮਿਲਣਗੀਆਂ ਉਹਨਾਂ ਨੂੰ? ਇਸ ਦੇ ਵਿੱਚ ਇਮੋਸ਼ਨਸ ਹੈ ਨਾ, ਇੱਕ ਕੁੜੀ ਦੇ ਇਮੋਸ਼ਨਸ ਕਿੱਦਾਂ ਹੈ, ਆਫਟਰ ਮੈਰਿਜ ਉਹਦੀ ਕਿੱਦਾਂ ਇਮੋਸ਼ਨਸ ਆਉਂਦੇ ਆ, ਜਾਂ ਉਹਦੇ ਬ੍ਰੇਕਅਪ ਦੇ ਇਮੋਸ਼ਨਸ ਔਰ ਉਸਦਾ ਖਾਲੀਪਨ, ਅਕੇਲਾਪਨ ਹੈ ਨਾ, ਕਿੱਦਾਂ ਉਹ ਮਹਿਸੂਸ ਕਰਦੀ ਹੈ ਦੁਨੀਆ 'ਚ ਰਹਿ ਕੇ, ਕਾਫੀ ਸਾਰੇ ਜਜ਼ਬਾਤ। ओके और ਆਪਾਂ ਨਾਮ ਅਗਰ ਇਹਦਾ ਦੇਖਦੇ ਸੁਪਨਿਆਂ ਦਾ ਸਿਰਨਾਵਾ ਹੈ ਨਾ, ਬੜਾ ਸੋਹਣਾ ਨਾਮ ਹੈ। ਔਰ ਅਗਰ ਇਹਦੇ ਵਿੱਚ ਆਪਾਂ ਦੇਖੀਏ ਤਾਂ ਕੋਈ ਵੀ ਜੋ ਪੋਇਮ ਹੈ ਜਾਂ ਕੋਈ ਵੀ ਟੌਪਿਕ ਹੈ ਉਹਦਾ ਨਾਮ ਇਹ ਨਹੀਂ ਹੈ ਸੁਪਨਿਆਂ ਦਾ ਸਿਰਨਾਵਾ। ਸਾਰੀਆਂ ਚੀਜ਼ਾਂ ਤੋਂ ਅਲੱਗ ਹਟ ਕੇ ਰੱਖਿਆ ਗਿਆ ਨਾ। ਸੁਪਨਿਆਂ ਦਾ ਸਿਰਨਾਵਾ ਇਹ ਕਿਵੇਂ ਦਿਮਾਗ ਵਿੱਚ ਆਇਆ ਔਰ ਸੁਪਨਿਆਂ ਦਾ ਸਿਰਨਾਵਾ ਕੀ ਸੋਚ ਕੇ ਰੱਖਿਆ ਤੁਸੀਂ? ਇਹ ਦੇ ਵਿੱਚ ਕਾਫੀ ਸਾਰੀਆਂ ਭਾਵਨਾਵਾਂ ਹੈ ਇੱਕ ਔਰਤ ਦੀਆਂ। ਤਾਂ ਇੱਕ ਦਿਨ ਮੈਂ ਰਸਤੇ 'ਚ ਜਾ ਰਹੀ ਸੀ ਅਤੇ ਮੈਨੂੰ ਲਾਈਟਸ 'ਤੇ ਟ੍ਰੈਫਿਕ ਲਾਈਟ ਕੋਲ ਖੜ੍ਹੀ ਸੀਗੀ, ਤਾਂ ਉੱਥੇ ਬਸ ਮਾਇੰਡ 'ਚ ਆਇਆ ਕਿ ਸੁਪਨਿਆਂ ਦਾ ਸਿਰਨਾਵਾ। ਮੈਂ ਬੁੱਕ ਬਾਰੇ ਸੋਚ ਰਹੀ ਸੀਗੀ, ਤਾਂ ਫਿਰ ਮੈਂ ਸੋਚਿਆ ਕਿ ਸੁਪਨਿਆਂ ਦਾ ਸਿਰਨਾਵਾ ਰੱਖਾਂਗੀ। ਇਹ ਹਟ ਕੇ ਤਾਂ ਨਹੀਂ, ਮਤਲਬ ਟੋਟਲ ਨਿਚੋੜ ਕਹਿ ਸਕਦੇ ਆ। ਨਿਚੋੜ, ਕਿਉਂਕਿ ਕਾਫੀ ਸਾਰੇ ਜਜ਼ਬਾਤਾਂ ਦੀ ਗੱਲ ਕੀਤੀ ਹੋਈ ਹੈ। ਚਾਹੇ ਮੈਂ ਦੇਖਿਆ ਸੀ ਜਿਵੇਂ ਜਜ਼ਬਾਤ, ਔਰਤ, ਵਿਧਵਾ ਹੈ ਨਾ, ਕਿ ਔਰਤ ਦੇ ਸੁਪਨਿਆਂ ਦੀ ਮੈਨੂੰ ਲੱਗਦਾ ਪੂਰੀ ਗੱਲ ਕੀਤੀ ਹੈ ਇਹਦੇ ਵਿੱਚ। ਫਿਰ ਉਹ ਇੱਕ ਸਿਰਨਾਵਾ ਬਣ ਜਾਂਦਾ ਹੈ, ਬਿਲਕੁਲ। ਔਰ ਆਪਾਂ ਗੱਲ ਕਰੀਏ ਅਗਰ 128 ਟੋਟਲ 128 ਟੌਪਿਕ ਨੇ ਉਹਨਾਂ 'ਤੇ ਜੋ ਗੱਲ ਕੀਤੀ ਹੋਈ ਹੈ, ਇਹ ਜਦੋਂ ਵੀ ਤੁਸੀਂ ਲਿਖਦੇ ਹੋ ਕੀ ਸੋਚ ਕੇ ਲਿਖਦੇ ਹੋ? ਇੱਕ ਟੌਪਿਕ ਪਹਿਲਾਂ ਦਿਮਾਗ ਦੇ ਵਿੱਚ ਆਉਂਦਾ, ਉਸ 'ਤੇ ਲਿਖਣਾ ਸ਼ੁਰੂ ਕਰਦੇ ਹੋ, ਜਾਂ ਫਿਰ ਜੇ ਕੋਈ ਚੀਜ਼ ਦੇਖਦੇ ਹੋ ਕਿ ਆਪਣੇ ਸਾਹਮਣੇ ਕੋਈ ਇੱਦਾਂ ਦੀ ਘਟਨਾ ਵਾਪਰਦੀ ਹੈ ਜਾਂ ਇੱਦਾਂ ਦੇ ਇਮੋਸ਼ਨਸ ਆਪਾਂ ਨੂੰ ਕਿਸੇ ਦੇ ਵਿੱਚ ਦਿਖਦੇ, ਆਪਾਂ ਉਹਦੇ 'ਤੇ ਲਿਖਣਾ ਸ਼ੁਰੂ ਕਰ ਦਿੰਦੇ ਆ? ਹਾਂਜੀ, ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜੋ ਲਿਖਦੇ ਹੋ ਤੁਹਾਡੀ ਲਾਈਫ ਨਾਲ ਹੀ ਵਾਪਰਿਆ ਹੋਵੇ, ਉਹ ਕਿਸੇ ਦੀ ਹੋਰ ਦੀ ਲਾਈਫ ਨਾਲ ਵੀ ਵਾਪਰਿਆ ਹੁੰਦਾ। ਜਿਵੇਂ ਆਪਣੇ ਫਰੈਂਡ ਆਪਾਂ ਨੂੰ ਗੱਲ ਦੱਸ ਦਿੰਦੇ ਆ ਕਿ ਮੇਰੇ ਨਾਲ ਇੱਦਾਂ ਹੋਇਆ, ਆਪਾਂ ਉਹ ਵੀ ਲਿਖ ਸਕਦੇ ਹਾਂ। ਕਈ ਵਾਰ ਮੈਂ ਪਾਰਕ 'ਚ ਬੈਠੀ ਹੁੰਦੀ ਹਾਂ, ਪੰਛੀ ਹੁੰਦੇ ਆ ਉੱਥੇ, ਲੋਕ ਤੁਰਦੇ ਹੁੰਦੇ ਆ, ਵਾਕ ਕਰਦੇ ਆ, ਕੋਈ ਬਜ਼ੁਰਗ ਬੈਠੇ ਹੁੰਦੇ ਆ, ਉਹਨਾਂ ਨੂੰ ਸੋਚ ਕੇ ਆਪਾਂ ਨੂੰ ਕੋਈ ਸ਼ਬਦ ਮਿਲ ਜਾਂਦੇ ਆ। ਤਾਂ ਸ਼ਬਦਾਂ ਤੋਂ ਇੱਕ ਸ਼ਬਦ ਬਹੁਤ ਹੁੰਦਾ ਤੁਹਾਨੂੰ ਪੋਇਮ ਲਿਖਣ ਲਈ। ਬਿਲਕੁਲ, ਇੱਕ ਚੰਗਾ ਰਾਈਟਰ ਆਪਾਂ ਸ਼ਬਦ ਦੀ ਇੱਕ ਚੰਗਾ ਰਾਈਟਰ ਆਪਾਂ ਮੈਨੂੰ ਲੱਗਦਾ ਕਹਿ ਸਕਦੇ ਕਿ ਹੈ ਨਾ, ਆਪਦੇ ਜਜ਼ਬਾਤ ਨੂੰ ਤਾਂ ਹਰ ਕੋਈ ਲਿਖ ਦਿੰਦਾ, ਪਰ ਦੂਜਿਆਂ ਦੀਆਂ ਫੀਲਿੰਗ ਸਮਝਣੀਆਂ, ਉਹਨਾਂ ਦੇ ਜਜ਼ਬਾਤਾਂ ਨੂੰ ਆਪਦੇ ਸ਼ਬਦਾਂ ਦੇ ਵਿੱਚ ਲਿਖਣਾ। ਸੋ ਆਪਾਂ ਕਹਿੰਦੇ ਆ ਕਿ ਜਿਵੇਂ ਤੁਸੀਂ ਬੁੱਕ ਲਿਖੀ ਹੈ, ਰਾਈਟਰ ਬਣਨ ਦੇ ਲਈ ਵੀ ਹਰ ਚੀਜ਼, ਕੋਈ ਵੀ ਆਪਾਂ ਕੁਝ ਕਰਨਾ ਹੁੰਦਾ ਹੈ ਨਾ, ਇੰਸਪਾਇਰ ਹੁੰਦੇ ਆ ਆਪਾਂ ਕਿਸੇ ਤੋਂ। ਅਗਰ ਤੁਹਾਡੀ ਗੱਲ ਕਰੀਏ, ਤੁਸੀਂ ਕਿਹਦੇ ਤੋਂ ਇੰਸਪਾਇਰ ਹੋਏ? ਮੈਂ ਅੰਮ੍ਰਿਤਾ ਪ੍ਰੀਤਮ ਤੋਂ ਬਹੁਤ ਜ਼ਿਆਦਾ। ਉਹ ਤਾਂ ਬਹੁਤ ਸੀਨੀਅਰ ਸੀਗੇ ਆਪਣੇ ਤੋਂ, ਅਤੇ ਉਹਨਾਂ ਕੋਲ ਨੌਲੇਜ ਪੋਇਟਰੀ ਦੀ ਬਹੁਤ ਜ਼ਿਆਦਾ ਸੀ। ਮੈਂ ਉਹਨਾਂ ਦੀਆਂ ਕਾਫੀ ਬੁੱਕਸ ਪੜ੍ਹੀਆਂ ਏ, ਮੈਨੂੰ ਉਹਨਾਂ ਤੋਂ ਬਹੁਤ ਇੰਸਪੀਰੇਸ਼ਨ ਮਿਲੀ ਆ। ਔਰ ਪਤਾ ਨਹੀਂ ਕਿਉਂ ਮੈਨੂੰ ਇੱਦਾਂ ਲੱਗਦਾ ਹੁੰਦਾ ਸੀ, ਹਾਂ ਪਹਿਲਾਂ ਸੋਚਦੀ ਹੁੰਦੀ ਸੀ ਕਿ ਮੈਂ ਅੰਮ੍ਰਿਤਾ ਪ੍ਰੀਤਮ ਵਾਂਗ ਬਣਨਾ ਹੈ, ਬਟ ਇੱਕ ਆਪਣੀ ਪਹਿਚਾਣ ਖੁਦ ਹੀ ਅਲੱਗ ਹੁੰਦੀ ਆ। ਰਿਲੇਟ ਕਰਦੇ ਹੋ ਕਿਤੇ ਨਾ ਕਿਤੇ ਖੁਦ ਨੂੰ ਉਹਨਾਂ ਦੇ ਨਾਲ? ਨਹੀਂ, ਉਹ ਤਾਂ ਬਹੁਤ ਵੱਡੀ ਸ਼ਖਸੀਅਤ ਸੀਗੇ, ਮੈਂ ਰਿਲੇਟ ਨਹੀਂ ਕਰ ਸਕਦੀ ਉਹਨਾਂ ਨਾਲ। ਓਕੇ। ਔਰ ਅਗਰ ਆਪਾਂ ਗੱਲ ਕਰੀਏ ਸਟੱਡੀ ਵਗੈਰਾ, ਤੁਸੀਂ ਕੀ ਕੀਤੀ ਹੋਈ ਸੀ? ਬਣਨਾ ਕੀ ਚਾਹੁੰਦੇ ਸੀ ਜੋ ਕਵੀ ਬਣ ਗਏ? ਐਕਚੁਅਲੀ ਮੈਂ ਮੈਡੀਕਲ ਪ੍ਰੋਫੈਸ਼ਨ 'ਚੋਂ ਸੀ, ਮੇਰੀ ਨਰਸਿੰਗ ਕੀਤੀ ਸੀਗੀ। ਹੌਸਪੀਟਲ ਐਕਸਪੀਰੀਅੰਸ ਲਿਆ, ਬਟ ਮੈਨੂੰ ਇੱਦਾਂ ਨਹੀਂ ਸੀ ਕਿ ਇੱਕ ਵਾਰ ਇੰਟਰਸਟ ਖਤਮ ਹੋ ਗਿਆ ਕਿ ਨਹੀਂ ਮੈਂ ਮੈਡੀਕਲ ਲਾਈਨ 'ਚ ਨਹੀਂ ਰਹਿਣਾ ਗਾ, ਅਤੇ ਮੈਨੂੰ ਲਿਖਦੀ ਸੀ ਥੋੜ੍ਹਾ ਬਹੁਤਾ। ਫਿਰ ਮੈਨੂੰ ਇੰਸਪੀਰੇਸ਼ਨ ਹੋਰ ਮਿਲੀ, ਨਹੀਂ ਮੈਂ ਆਪਣੀ ਬੁੱਕ ਪਬਲਿਸ਼ ਕਰਵਾਉਣੀ ਆ, ਮੈਂ ਇਸੇ ਲਾਈਨ 'ਚ ਹੀ ਜਾਣਾ ਹੈ। ਓਕੇ, ਇਸ ਲਾਈਨ 'ਚ ਕੋਈ ਤੁਹਾਨੂੰ ਜ਼ਿਆਦਾ ਬੈਨੀਫਿਟ ਤਾਂ ਨਹੀਂ ਮਿਲਦਾ, ਜਾਂ ਕਹਿ ਦਈਏ ਕਿ ਤੁਹਾਡਾ ਬਹੁਤ ਜ਼ਿਆਦਾ ਪੈਸਾ ਆ ਰਿਹਾ ਇਸ 'ਚੋਂ। ਇਸ 'ਚ ਤੁਹਾਨੂੰ ਸਕੂਨ ਮਿਲਦਾ,
ਔਰ ਸਕੂਨ ਜੇ ਤੁਹਾਨੂੰ ਮਿਲ ਗਿਆ ਤਾਂ ਸਭ ਕੁਝ ਮਿਲ ਗਿਆ। ਹਾਂਜੀ। ਔਰ ਕਈ ਵਾਰ ਇਦਾਂ ਨਹੀਂ ਹੁੰਦਾ ਕਿ ਜਿਵੇਂ ਲੋਕ ਖੁਦ ਤੋਂ ਹੀ ਜੱਜ ਕਰਨਾ ਸ਼ੁਰੂ ਕਰ ਦਿੰਦੇ ਆ, ਹੈ ਨਾ, ਜੋ ਵੀ ਇਹ ਬੁੱਕ ਪੜ੍ਹਦੇ ਆ ਜਾਂ ਆਪਣੇ ਫਰੈਂਡਸ ਹੋਣ ਜਾਂ ਰਿਸ਼ਤੇਦਾਰ ਹੋਣ, ਬੁੱਕ ਪੜ੍ਹ ਕੇ ਇੱਕ ਵਾਰ ਉਹਨਾਂ ਨੂੰ ਲੱਗਦਾ ਹੋ ਕਿ ਪੱਕਾ ਜੋ ਇੰਨੇ ਸਾਰੇ ਜਜ਼ਬਾਤ ਲਿਖੇ ਪੱਕਾ ਇਹਦੇ ਨਾਲ ਕੁਝ ਹੋਇਆ ਹੈ। ਹਾਂਜੀ, ਜਿੱਦਾਂ ਆਪਾਂ ਬ੍ਰੇਕਅਪ ਦਾ ਹੋ ਜਾਂਦਾ ਹੈ ਨਾ, ਲੋਕ ਪੜ੍ਹਨਗੇ ਤਾਂ ਉਹ ਸੋਚਣਗੇ ਯਾਰ ਇਹ ਜ਼ਿਆਦਾ ਹੀ ਇਮੋਸ਼ਨਲ ਆ ਔਰ ਇਹ ਇੰਨਾ ਕੁਛ ਲਿਖਦੀ ਆ ਤਾਂ ਇਹਦੇ ਬ੍ਰੇਕਅਪ ਹੋਇਆ ਹੋਣਾ ਹੈ। ਹਾਂ ਚਲੋ ਉਹ ਚੀਜ਼ ਤਾਂ ਹੁੰਦੀ ਆ ਆਪਣੀ ਲਾਈਫ 'ਚ, ਇੱਕ ਨਾ ਇੱਕ ਵਾਰ ਤਾਂ ਬ੍ਰੇਕਅਪ ਹੁੰਦਾ ਹੀ ਹੁੰਦਾ ਹੈ ਨਾ, ਉਹ ਤਾਂ ਡਿਫਰੈਂਟ ਆ। ਕੁਛ ਕੁ ਇਹ ਬਹੁਤ ਸਾਰੀ ਤਾਂ ਰਿਲੇਟ ਮੇਰੇ ਨਾਲ ਵੀ ਹੈ, ਬਟ ਕੁਛ ਕੁ ਲੋਕਾਂ ਨਾਲ ਵੀ ਰਿਲੇਟ ਆ। ਉਹ ਤੁਹਾਨੂੰ ਬਹੁਤ ਕੁਝ ਜੱਜ ਕਰਨਗੇ, ਪਰ ਤੁਸੀਂ ਮਤਲਬ ਕਿ ਉਹਨਾਂ ਨੂੰ ਹਰ ਇੱਕ ਨੂੰ ਪ੍ਰੂਫ ਨਹੀਂ ਕਰ ਸਕਦੇ ਨਾ ਤੁਸੀਂ, ਬਸ ਲਿਖਤ ਚੱਲ ਰਹੀ ਆ ਜਿਵੇਂ ਚੱਲਦੀ ਆ। ਔਰ ਅੰਮ੍ਰਿਤਾ ਪ੍ਰੀਤਮ ਜੀ ਦਾ ਜਿਵੇਂ ਤੁਸੀਂ ਨਾਮ ਲਿਆ ਸੀ, ਉਹਨਾਂ ਦਾ ਲਿਖੀ ਹੋਈ ਕਿਹੜੀ ਚੀਜ਼ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ? ਮੈਨੂੰ ਉਹਨਾਂ ਦੀ ਇੱਕ ਬੁੱਕ ਪਸੰਦ ਆ, ਮੈਂ ਤੈਨੂੰ ਫੇਰ ਮਿਲਾਂਗੀ। ਮੈਂ ਤੈਨੂੰ ਫੇਰ ਮਿਲਾਂਗੀ। ਤਾਪਸੀ ਪੰਨੂ ਨੇ ਵੀ ਹੁਣੇ ਉਹ ਡਾਇਲੌਗ ਬੜਾ ਫੇਮਸ ਹੋਇਆ ਸੀ, ਅਗਰ ਆਪਾਂ ਰੀਲਸ ਵੀ ਦੇਖੀਏ। ਹਾਂ ਉਸ ਤੋਂ ਪਹਿਲਾਂ ਹੀ ਮੇਰੇ ਕੋਲ ਬੁੱਕ ਸੀ, ਬਟ ਉਹਨਾਂ ਨੇ ਥੋੜਾ ਜਿਹਾ ਚੇਂਜਸ ਕਰਕੇ ਬੋਲਿਆ ਸੀਗਾ। ਪਰ ਇੱਕ ਬੜੇ ਸੋਹਣੇ ਜਜ਼ਬਾਤ ਹਨ ਲਾਈਨਾਂ ਦੇ ਵਿੱਚ। ਹਾਂਜੀ, ਕਾਫੀ ਜ਼ਿਆਦਾ। ਔਰ ਜੇਕਰ ਆਪਾਂ ਗੱਲ ਕਰੀਏ ਤੁਹਾਡੀ ਬੁੱਕ ਦੀ, ਤਾਂ ਬੁੱਕ ਦੇ ਵਿੱਚ ਜ਼ਿਆਦਾਤਰ ਜੋ ਗੱਲਾਂ ਨੇ ਔਰਤਾਂ ਦੇ ਬਾਰੇ ਕੀਤੀਆਂ ਹੋਈਆਂ, ਚਾਹੇ ਉਹ ਵਿਧਵਾ ਜਾਂ ਔਰਤ ਨਾਮ ਦੀ ਇੱਕ ਪੋਇਟਰੀ ਲਿਖੀ ਹੋਈ ਹੈ ਤੁਸੀਂ, ਜਾਂ ਫਿਰ ਜਜ਼ਬਾਤ, ਹੈ ਨਾ, ਕਾਫੀ ਸਾਰੀਆਂ ਚੀਜ਼ਾਂ ਸਿਰਫ ਔਰਤਾਂ ਦੇ ਰਿਲੇਟਡ ਹੀ ਹੈ। ਤਾਂ ਮਤਲਬ ਕੀ ਲੱਗਦਾ ਤੁਹਾਨੂੰ ਕਿ ਜੋ ਪਹਿਲਾਂ ਵਾਲਾ ਸਮਾਜ ਸੀ, ਹੈ ਨਾ, ਔਰ ਜੋ ਆਪਾਂ ਤੁਹਾਡੇ ਵੱਲੇ ਵੀ ਇਹ ਪੜ੍ਹਦੇ ਹਾਂ ਚੀਜ਼ਾਂ, ਤਾਂ ਜਜ਼ਬਾਤ ਹੀ ਲੱਗਦਾ ਕਿ ਕਿਤੇ ਨਾ ਕਿਤੇ ਉੱਥੇ ਹੀ ਕਈ ਚੀਜ਼ਾਂ ਰੁਕੀਆਂ ਹੋਈਆਂ। ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਡਿਵੈਲਪ ਹੋਈਆਂ, ਔਰਤ ਨੂੰ ਥੋੜਾ ਮਤਲਬ ਉੱਚਾ ਦਰਜਾ ਮਿਲਣ ਲੱਗਿਆ, ਪਰ ਕਿੰਨਾ ਕੁ ਤੁਸੀਂ ਪੁਰਾਣੀਆਂ ਚੀਜ਼ਾਂ ਤੋਂ ਹੁਣ ਦੇ ਟਾਈਮ ਨੂੰ ਮੰਨਦੇ ਆ ਕਿ ਹਾਂ ਉੱਚਾ ਦਰਜਾ ਦਿੱਤਾ ਜਾਣ ਲੱਗਿਆ? ਫਰਕ ਕਿੰਨਾ ਕੁ? ਬਹੁਤ ਜ਼ਿਆਦਾ ਫਰਕ ਪਿਆ ਗਾ। ਜਿੱਦਾਂ ਐਜੂਕੇਸ਼ਨ 'ਚ ਉਹ ਅੱਗੇ ਆਈ ਆ, ਜੋਬ ਫੈਸਿਲਿਟੀਜ਼ ਸਭ ਕੁਝ ਮਿਲਣ ਲੱਗਾ ਹੈ ਨਾ, ਬਟ ਰਿਸਪੈਕਟ ਕਿਤੇ ਨਾ ਕਿਤੇ ਹਲੇ ਵੀ ਮਤਲਬ ਕਿ ਆਪੋਜ਼ਿਟ ਜੈਂਡਰ ਦੇ ਮਨ ਵਿੱਚ ਬਹੁਤ ਜ਼ਿਆਦਾ ਘੱਟ ਆ। ਕੁਛ ਹੈਗੇ ਆ ਜਿੱਦਾਂ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਆ, ਹੈ ਨਾ, ਉਹਨਾਂ ਨੂੰ ਬਹੁਤ ਗਲਤ ਬੋਲਦੇ ਆ। ਜੇ ਕੱਪੜਿਆਂ ਨੂੰ ਲੈ ਕੇ ਵੀ ਇਸ਼ੂ ਚੱਲੀ ਜਾਂਦਾ ਰਹਿੰਦਾ ਕਿ ਕੱਪੜੇ ਘੱਟ ਆ, ਪਰਸਨਲ ਲਾਈਫ ਆ। ਜੇ ਕੋਈ ਐਕਟੀਵਿਟੀ ਕਰਦੀ ਆ ਤਾਂ ਨੈਗੇਟਿਵ ਲੋਕ ਆਉਂਦੇ ਆ ਉਹਨੂੰ ਰੋਕਣ ਲਈ, ਬਹੁਤ ਕੁਝ ਆਉਂਦਾ ਗਾ। ਉਹ ਟਰਾਈ ਕਰ ਰਹੀ ਆ ਅੱਗੇ ਹੋਣ ਦਾ, ਹੁੰਦੀ ਵੀ ਆ ਬਹੁਤ ਜਗ੍ਹਾ 'ਤੇ ਅੱਗੇ ਹੋ ਵੀ ਗਈ ਆ, ਬਟ ਉਹ ਫਿਰ ਵੀ ਆਪੋਜ਼ਿਟ ਜੈਂਡਰ ਦਾ ਉਹਨੂੰ ਹਰ ਪ੍ਰੋਫੈਸ਼ਨ 'ਚ ਫੇਸ ਕਰਨਾ ਹੀ ਪੈਂਦਾ। ਜਿੱਦਾਂ ਕਿ ਕਹਿ ਦਈਏ ਕਿ ਕਈ ਵਾਰ ਫਿਜ਼ੀਕਲੀ ਕਰਨਾ ਪੈਂਦਾ ਏ, ਮੈਂਟਲੀ ਟਾਰਚਰ ਹੋਣਾ ਪੈਂਦਾ ਏ, ਉਹਨੂੰ ਹਰ ਜਗ੍ਹਾ ਫੇਸ ਕਰਨਾ ਹੀ ਪੈਂਦਾ। ਉਹ ਕਿੰਨਾ ਮਰਜ਼ੀ ਸਟਰੋਂਗ ਬਣ ਜੇ, ਇਹ ਜਿੰਨਾ ਟਾਈਮ ਤੁਸੀਂ ਮਤਲਬ, ਮੈਂ ਨਹੀਂ ਆਪਣੇ ਆਪ ਨੂੰ ਕਹਿੰਦਾ ਕਿ ਵੀ ਮੈਂ ਔਰਤ ਦੀ ਰਿਸਪੈਕਟ ਕਰਨੀ ਸਿੱਖਣੀ ਆ, ਹੈ ਨਾ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਇਹ ਚੀਜ਼ ਹੋ ਪਾਊਗੀ, ਜਿੰਨਾ ਟਾਈਮ ਉਹਨਾਂ ਦੇ ਮਨ 'ਚ ਨਹੀਂ ਆਉਂਦੀ ਇਹ ਗੱਲ, ਦਿਮਾਗ ਦੇ ਵਿੱਚ ਉਹ ਚੀਜ਼ ਨਹੀਂ ਆਉਂਦੀ। ਮਤਲਬ ਤੁਸੀਂ ਸੈਕਸੁਅਲ ਰਿਲੇਸ਼ਨ ਨੂੰ ਜ਼ਿਆਦਾ ਉਹ ਸੋਚਦੇ ਆ, ਤਾਂ ਉਹ ਇਹ ਉਹਨਾਂ ਨੂੰ ਇਹ ਚੀਜ਼ ਜ਼ਿਆਦਾ ਹਾਵੀ ਹੁੰਦੀ ਹੈ ਉਹਨਾਂ ਦੇ ਦਿਮਾਗ 'ਤੇ। ਉਹ ਫਿਰ ਇਹ ਸੋਚਦੇ ਆ ਕਿ ਇੱਕ ਚੀਜ਼ ਦੀ ਤੌਰ 'ਤੇ ਲੈ ਲੈਂਦੇ ਆ ਔਰਤ ਨੂੰ। ਬਿਲਕੁਲ। ਫਿਜ਼ੀਕਲ ਰਿਲੇਸ਼ਨ ਹੋਣ ਨਾਲ ਉਹਨਾਂ ਨੂੰ ਇੱਦਾਂ 5-10 ਮਿੰਟ ਦੀ ਖਾਤਰ ਉਹ ਆਪਦੀ ਸੋਚ ਵੀ ਖਰਾਬ ਕਰਦੇ ਆ, ਕਿਸੇ ਦੀ ਜ਼ਿੰਦਗੀ ਵੀ ਖਰਾਬ ਕਰਦੇ ਆ। ਬਿਲਕੁਲ। ਔਰ ਕਈ ਵਾਰ ਕੀ ਹੁੰਦਾ ਹੈ ਕਿ ਬੇਸ਼ੱਕ ਘਰ ਦੇ ਮਤਲਬ ਆਪਦੀਆਂ ਧੀਆਂ ਨੂੰ ਆਪਦੇ ਪੁੱਤਾਂ ਦੇ ਬਰਾਬਰ ਦਾ, ਹੈ ਨਾ, ਦਰਜਾ ਦਿੰਦੇ ਆ। ਘਰ ਦੇ ਵਿੱਚ ਛੋਟੇ ਹੁੰਦਿਆਂ ਤੋਂ ਲੈ ਕੇ ਉਹਨਾਂ ਦਾ ਪਾਲਣ ਪੋਸ਼ਣ ਬਿਲਕੁਲ ਉਵੇਂ ਹੁੰਦਾ ਜਿਵੇਂ ਪੁੱਤਾਂ ਦਾ ਹੁੰਦਾ, ਹੈ ਨਾ, ਪਰ ਜਦੋਂ ਹੀ ਵੱਡੇ ਹੁੰਦੇ ਆ, ਸੋਸ਼ਲ ਮੀਡੀਆ ਦੀ ਜਿਵੇਂ ਤੁਸੀਂ ਗੱਲ ਕੀਤੀ, ਇਹਦੀ ਐਗਜ਼ਾਮਪਲ ਹੈ ਨਾ, ਵੱਡੇ ਹੋ ਕੇ ਜੇ ਇੱਕ ਦੋ ਚੀਜ਼ਾਂ ਇੱਦਾਂ ਦੀਆਂ ਹੋ ਗਈਆਂ ਸੋਸ਼ਲ ਮੀਡੀਆ 'ਤੇ, ਉਹ ਕਿਤੇ ਨਾ ਕਿਤੇ ਥੋੜ੍ਹਾ ਪਿੱਛੇ ਖਿੱਚਣਾ ਸ਼ੁਰੂ ਕਰ ਦਿੰਦੇ ਆ ਕਿ ਨਹੀਂ ਇਹ ਚੀਜ਼ ਰਹਿਣ ਦੇ ਕਰਨ ਨੂੰ, ਕਿਉਂਕਿ ਲੋਕਾਂ ਦਾ ਨਜ਼ਰੀਆ ਇੱਦਾਂ ਦਾ, ਲੋਕ ਆਹ ਚੀਜ਼ ਕਹਿਣਗੇ, ਲੋਕ ਇੱਦਾਂ ਕਰਨਗੇ, ਜਾਂ ਮੁੰਡਿਆਂ ਦੇ ਗਲਤ ਕਮੈਂਟ ਆ ਰਹੇ ਆ, ਹੈ ਨਾ, ਉਹਨਾਂ ਲੋਕਾਂ ਦੀ ਵਜ੍ਹਾ ਕਰਕੇ ਉਹ ਆਪਦੇ ਬੱਚਿਆਂ ਨੂੰ ਮਤਲਬ ਪਿੱਛੇ ਖਿੱਚਣਾ ਸ਼ੁਰੂ ਕਰ ਦਿੰਦੇ। ਕਿਵੇਂ ਦੇਖਦੇ ਆ ਇਸ ਚੀਜ਼ ਨੂੰ? ਦੇਖੋ, ਇਹ ਤਾਂ ਬਹੁਤ ਇੰਪਰੂਵਮੈਂਟ ਹੋਈ ਆ। ਜਿੱਦਾਂ ਸੋਸ਼ਲ ਮੀਡੀਆ 'ਤੇ ਗਰਲਸ ਦੇ ਵੀ ਬਹੁਤ ਅਕਾਊਂਟ ਐਂਡ ਵੈਰੀਫਾਈਡ ਅਕਾਊਂਟ ਵੀ ਬਹੁਤ ਆ, ਰੀਲਸ ਬਣਾਉਂਦੇ ਆ, ਉਹ ਕਾਫੀ ਪੋਪੂਲਰ ਹੋਏ ਆ। ਇਹ ਤਾਂ ਜਿਹੜੀ ਸੋਚ ਆ ਕਿਸੇ ਘਰ ਦੀ ਹਾਲੇ ਵੀ ਹੈਗੀ ਆ ਕਿ ਨਹੀਂ ਇੱਦਾਂ ਸੋਸ਼ਲ ਮੀਡੀਆ ਨਹੀਂ ਚਲਾਉਣਾ ਤਾਂ ਮਤਲਬ ਇੱਦਾਂ ਹੋ ਜਾਊਗਾ, ਤੈਨੂੰ ਬੈਡ ਕਮੈਂਟਸ ਆਉਣਗੇ, ਸਾਡੀ ਇੱਜ਼ਤ ਰੁਲ ਜੂਗੀ ਵਗੈਰਾ ਵਗੈਰਾ ਕਹਿੰਦੇ ਆ। ਬਟ ਇਹ ਬਹੁਤ ਘੱਟ ਰਹਿ ਗਈ ਇਹ ਚੀਜ਼, ਇਹ ਉਨੀ ਨਹੀਂ ਹੈਗੀ ਕਿ ਸੋਸ਼ਲ ਮੀਡੀਆ ਅਕਾਊਂਟ ਲਈ ਕੋਈ ਰੋਕੂਗਾ। ਇਹ ਉਹਨਾਂ ਦੀ ਥੋੜ੍ਹੀ ਜਿਹੀ ਸੋਚ ਹੁੰਦਾ, ਡਰ ਹੁੰਦਾ ਕਿ ਸਾਡੀ ਇੱਜ਼ਤ ਦਾ ਸਵਾਲ ਆ। ਔਰ ਇੱਕ ਹੁੰਦਾ ਫੈਮਿਨਿਜ਼ਮ, ਹੈ ਨਾ, ਫੈਮਿਨਿਜ਼ਮ ਦਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਕੀ ਮਤਲਬ ਹੈ? ਦੇਖੋ, ਮੈਂ ਫੈਮਿਨਿਜ਼ਮ
ਦੀ ਸਾਈਡ ਹਾਂ, ਬਟ ਮੈਂ ਇਹ ਸੋਚਦੀ ਹਾਂ ਫੈਮਿਨਿਜ਼ਮ ਠੀਕ ਹੈ, ਬਟ ਕੁਝ ਲੋਕ ਫੈਮਿਨਿਜ਼ਮ ਦਾ ਬਹੁਤ ਗਲਤ ਫਾਇਦਾ ਉਠਾਉਂਦੇ ਆ ਨਾ, ਗਰਲਸ ਲਗਾ ਲਓ, ਕਿ ਉਹ ਉਹਨੂੰ ਪ੍ਰੈਜ਼ੈਂਟ ਹੀ ਰੋਂਗ ਵੇਚ ਕਰਦੇ ਆ। ਜਿੱਦਾਂ ਆਪਾਂ ਫੈਮਿਨਿਜ਼ਮ ਦਾ ਮਤਲਬ ਹੈਗਾ ਆਪਣੀ ਸੈਲਫ ਰਿਸਪੈਕਟ, ਆਪਾਂ ਅੱਗੇ ਹੋ ਕੇ ਕੰਮ ਕਰਨਾ, ਆਪਾਂ ਸਹੀ ਚੀਜ਼ਾਂ ਲਈ ਲੜਨਾ, ਹੈ ਨਾ। ਬਟ ਫੈਮਿਨਿਜ਼ਮ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਰਦ ਦੀ ਬੇਇੱਜ਼ਤੀ ਕਰੋ, ਹੈ ਨਾ, ਕਿ ਤੁਸੀਂ ਬॉयज़ ਤੇ ਇਲਜ਼ਾਮ ਲਗਾਓ ਗਲਤ। ਤਾਂ ਫੈਮਿਨਿਜ਼ਮ ਆਪਣੇ ਰਾਈਟ ਲਈ ਖੜਨਾ ਹੈ, ਨਾ ਕਿ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ। ਅੱਜ ਕੱਲ੍ਹ ਫੈਮਿਨਿਜ਼ਮ ਦਾ ਬਹੁਤ ਗਲਤ ਫਾਇਦਾ ਚੱਕਿਆ ਜਾਂਦਾ ਹੈ, ਕਿ ਕੁੜੀਆਂ ਹੁੰਦੀਆਂ ਉਹ ਸੋਚਦੀਆਂ ਜੇ ਮੁੰਡੇ ਦੇ ਥੱਪੜ ਮਾਰਤਾ ਤਾਂ ਸਾਡੀ ਸੁਣੀ ਜਾਊਗੀ, ਹੈ ਨਾ। ਈਵਨ ਕਿ ਕਈ ਵਾਰ ਕਈ ਕੇਸਿਸ 'ਚ ਹੁੰਦਾ ਮੁੰਡੇ ਦਾ ਕਸੂਰ ਵੀ ਨਹੀਂ ਹੁੰਦਾ ਗਾ, ਤਾਂ ਉਹਨਾਂ ਨੂੰ ਰੇਪ ਦਾ ਕੇਸ ਪਾ ਕੇ ਜਾਂ ਉਹਨਾਂ 'ਤੇ ਕੋਈ ਇਲਜ਼ਾਮ ਲਗਾ ਕੇ ਜਾਂ ਉਹਨਾਂ ਨੂੰ ਬੀਟ ਕਰਕੇ ਕੋਈ ਨਾ ਕੋਈ ਉਹ ਫੈਮਿਨਿਜ਼ਮ ਦਾ ਫਾਇਦਾ ਉਠਾਉਂਦੇ ਆ। ਮੈਨੂੰ ਲੱਗਦਾ ਇਹ ਚੀਜ਼ ਉਹਨਾਂ ਨੂੰ ਆਪ ਕੁੜੀਆਂ ਨੂੰ ਸੋਚਣੀ ਚਾਹੀਦੀ ਆ ਕਿ ਠੀਕ ਹੈ ਵੀ ਉਹਨਾਂ ਦੀ ਸੋਚ ਕਿਤੇ ਨਾ, ਬਟ ਹਰ ਇੱਕ ਮੈਨ ਨਹੀਂ ਗਲਤ ਹੁੰਦਾ ਹਰ ਜਗ੍ਹਾ 'ਤੇ, ਹੈ ਨਾ। ਆਪਾਂ ਨੂੰ ਵੀ ਆਪਣੇ ਰਾਈਟਸ ਲਈ ਅਤੇ ਸਹੀ ਰਾਈਟਸ ਲਈ ਲੜਨਾ ਚਾਹੀਦਾ। ਔਰ ਕਈਆਂ ਦੇ ਲਈ ਫੈਮਿਨਿਜ਼ਮ ਇਹ ਹੁੰਦਾ ਕਿ ਹਾਂ ਮੁੰਡਿਆਂ ਦੇ ਬਰਾਬਰ ਤੋਂ ਆਪਣਾ ਮਤਲਬ ਇਹ ਹੈ ਕਿ ਜੌਬਸ ਵਾਲੀ ਸਾਈਡ ਹੋਵੇ ਜਾਂ ਫਿਰ ਸੈਲਫ ਰਿਸਪੈਕਟ ਵਾਲੀ ਸਾਈਡ ਹੋਵੇ, ਜਾਂ ਫਿਰ ਜੋ ਹੱਕ ਉਹਨਾਂ ਨੂੰ ਦਿੱਤੇ ਜਾਂਦੇ ਆ ਉਹ ਆਪਾਂ ਨੂੰ ਦਿੱਤੇ ਜਾਣ। ਪਰ ਆਪਾਂ ਅੱਜ ਕੱਲ੍ਹ ਜੋ ਹੈ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕੁੜੀਆਂ ਦਾ ਹੁੰਦਾ ਕਿ ਮੁੰਡਿਆਂ ਦੇ ਬਰਾਬਰ, ਮਤਲਬ ਅਸੀਂ ਡਰਿੰਕ ਕਰ ਰਹੀ ਹਾਂ, ਅਸੀਂ ਸਿਗਰਟ ਪੀ ਰਹੀ ਹਾਂ, ਮਤਲਬ ਉਹਨਾਂ ਦੇ ਬਰਾਬਰ। ਔਰ ਥੋੜ੍ਹੇ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਸੀ ਕਿ ਲਾਈਕ ਜਿੱਦਾਂ ਮੁੰਡੇ ਟਾਈਮ ਪਾ ਲਓ ਅਸੀਂ ਲੜਦੇ ਹਾਂ, ਕੁੜੀਆਂ ਦਾ ਵੀ ਸੇਮ ਚੀਜ਼ ਆਉਣ ਲੱਗੀ ਕਿ ਉਹ ਚੰਗੀਆਂ ਚੀਜ਼ਾਂ 'ਚ ਫੈਮਿਨਿਜ਼ਮ ਨਹੀਂ ਦੇਖਦੇ ਕਿ ਹਾਂ ਇਹ ਫੈਮਿਨਿਜ਼ਮ ਹੈ, ਬਰਾਬਰ ਕਰਨਾ ਹੈ, ਮਤਲਬ ਅਸੀਂ ਉਹਨਾਂ ਦੀ ਮਾੜੀਆਂ ਆਦਤਾਂ ਦੇ ਵਿੱਚ ਵੀ ਬਰਾਬਰ ਹੋਣਾ ਹੈ। ਦੇਖੋ ਹਰ ਇੱਕ ਦੀ ਆਪਣੀ ਆਪਣੀ ਹੈ, ਕਈ ਬॉयज़ ਵੀ ਨਹੀਂ ਡਰਿੰਕ ਕਰਦੇ, ਕਈ ਗਰਲਸ ਵੀ ਡਰਿੰਕ ਕਰਦੀਆਂ ਨਾ, ਤਾਂ ਕਈ ਤੁਹਾਨੂੰ ਬॉयज़ ਵੀ ਬਹੁਤ ਸ਼ਰੀਫ ਔਰ ਸੋਫੀ ਮਿਲਣਗੇ, ਔਰ ਕਈ ਗਰਲਸ ਵੀ ਇੱਦਾਂ ਹੋਣਗੀਆਂ ਕਿ ਉਹ ਆਪਦਾ ਫਨ ਲਵਿੰਗ ਹੋਣਗੀਆਂ। ਪਰ ਮਾੜੀਆਂ ਆਦਤਾਂ ਚੂਜ਼ ਕਰਨਾ ਉਹ ਇੰਡੀਵਿਜੂਅਲ 'ਤੇ ਡਿਪੈਂਡ ਆ ਕਿ ਉਹ ਬੰਦਾ ਇੱਕ ਮੁੰਡਾ ਹੋ ਕੇ ਵੀ ਚੰਗੀਆਂ ਆਦਤਾਂ ਅਡੋਪਟ ਕਰ ਸਕਦਾ, ਕਈ ਵਾਰ ਕੁੜੀ ਹੋ ਕੇ ਵੀ ਉਹ ਮਾੜੀਆਂ ਆਦਤਾਂ ਅਡੋਪਟ ਕਰ ਸਕਦੀ ਆ। ਇੱਥੇ ਉਹ ਬਰਾਬਰੀ ਦਾ ਗਲਤ ਵੇ ਨਾਲ ਲੈਣਾ, ਜਾਂ ਕਈ ਵਾਰ ਜੇ ਆਪਾਂ ਕਹਿ ਦਈਏ ਕਿ ਉਹ ਇਹ ਕਿਉਂ ਕਰ ਰਹੀ ਹੈ, ਮੇਬੀ ਉਹਦੇ ਪਿੱਛੇ ਕੋਈ ਰੀਜ਼ਨ ਹੋਊਗਾ, ਉਹਦਾ ਸਟ੍ਰੈਸ ਲੈਵਲ ਹੋਊਗਾ, ਮੇਬੀ ਜਾਂ ਉਹ ਡੈਸਪਰੇਟ ਹੋ ਗਈ ਹੋਊਗੀ ਆਪਣੀ ਲਾਈਫ ਤੋਂ, ਜਾਂ ਕੁਛ ਵੀ ਹੋ ਸਕਦਾ। ਔਰ ਇਹ ਇੰਡੀਵਿਜੂਅਲ ਦੀ ਚੋਇਸ ਆ, ਉਹਦੀ ਡਿਪੈਂਡੈਂਸੀ ਆ ਕਿ ਕਿਵੇਂ ਉਹਨੇ ਮਤਲਬ ਆਪਣੀ ਜ਼ਿੰਦਗੀ ਜੀਣੀ ਆ, ਹੈ ਨਾ। ਤਾਂ ਉਹਦੇ ਰੀਜ਼ਨ ਹੋ ਸਕਦੇ ਆ, ਇਸ 'ਤੇ ਆਪਾਂ ਕੋਈ ਉਹਨੂੰ ਆਪਾਂ ਰਿਜ਼ਲਟ ਨਹੀਂ ਦੇ ਸਕਦੇ, ਕੁਛ ਕਹਿ ਨਹੀਂ ਸਕਦੇ ਕਿ ਵੀ ਉਹ ਇਸ ਕਰਕੇ ਤਾਂ ਹੋਊਗੀ ਕਿਉਂਕਿ ਫੈਮਿਨਿਜ਼ਮ ਕਰਕੇ, ਹੋਰ ਵੀ ਰੀਜ਼ਨ ਹੋਣਗੇ। ਫੈਮਿਨਿਜ਼ਮ ਨਹੀਂ ਜ਼ਰੂਰੀ ਇੱਥੇ ਫੈਮਿਨਿਜ਼ਮ ਹੀ ਹੋਊਗਾ, ਕੋਈ ਹੋਰ ਰੀਜ਼ਨ ਵੀ ਹੋ ਸਕਦਾ। ਔਰ ਕਈ ਵਾਰ ਇਹ ਚੀਜ਼ਾਂ ਹੁੰਦੀਆਂ ਕਿ ਰੇਪ ਕੇਸ ਬਹੁਤ ਜ਼ਿਆਦਾ ਆਉਣ ਲੱਗਿਆ। ਰੇਪ ਕੇਸ 'ਤੇ ਵੀ ਇਹ ਕਿਹਾ ਜਾਂਦਾ ਹੈ ਕਿ ਲੜਕੀਆਂ ਦਾ ਜਿਹੜਾ ਕੁੜੀਆਂ ਦਾ ਪਹਿਰਾਵਾ ਇੱਦਾਂ ਦਾ ਹੁੰਦਾ ਹੈ। ਜੇ ਆਪਾਂ ਦੇਖ ਲਈਏ ਕਿ ਸ਼ਾਰਟਸ ਵਗੈਰਾ ਵੀ, ਨਾਰਮਲ ਸ਼ਾਰਟਸ ਵੀ ਲੜਕੀਆਂ ਨੇ ਪਾਏ ਹੁੰਦੇ ਹੈ ਨਾ, ਉਹਦੇ 'ਤੇ ਵੀ ਕਮੈਂਟ ਕਰਨਗੇ ਕਿ ਮਤਲਬ ਇੱਦਾਂ ਦੀਆਂ ਲੜਕੀਆਂ ਦੇ ਰੇਪ ਹੁੰਦੇ ਆ, ਇੱਦਾਂ ਦਾ ਇਹ ਹੁੰਦਾ। ਪਰ ਉਸ ਦੇ ਉਲਟੇ ਵੀ ਹੁੰਦਾ ਹੈ ਕਿ 2-2 ਸਾਲ ਦੀਆਂ ਬੱਚੀਆਂ ਦੇ, 2-2 ਮਹੀਨੇ ਦੀਆਂ ਬੱਚੀਆਂ ਦੇ ਰੇਪ ਹੋ ਜਾ ਰਹੇ ਹੈ। ਉਹਨਾਂ ਦੇ ਕੱਪੜਿਆਂ ਦੀ ਤਾਂ ਕੋਈ ਉਹ ਨਹੀਂ ਹੈਗੀ, ਪ੍ਰੋਬਲਮ ਨਹੀਂ। ਇੱਦਾਂ ਦੇ ਲੋਕਾਂ ਨੂੰ ਆਪਣੀ ਕੰਟਰੀ 'ਚ ਸੈਕਸ ਦੇ ਬਾਰੇ ਕੋਈ ਖੁੱਲ੍ਹ ਕੇ ਗੱਲ ਨਹੀਂ ਕਰਦਾ। ਉਹਨਾਂ ਨੂੰ ਇਹ ਲੱਗਦਾ ਕਿ ਬਹੁਤ ਨੈਗੇਟਿਵ ਆ। ਈਵਨ ਅੰਦਰ ਹਰ ਇੱਕ ਦੇ ਘਰ, ਹੈ ਨਾ, ਮਤਲਬ ਕਿ ਜਨਰੇਸ਼ਨ ਵੱਧਦੀ ਆ ਬਿਕੋਜ਼ ਆਫ ਫਿਜ਼ੀਕਲ ਰਿਲੇਸ਼ਨ। ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਲੁਕੋ ਕੇ ਰੱਖਣ ਵਾਲੀ ਚੀਜ਼ ਆ, ਇਹਨੂੰ ਬੱਚਿਆਂ ਨੂੰ ਵੀ ਨਹੀਂ ਨੌਲੇਜ ਦੇਣੀ ਚਾਹੀਦੀ। ਤਾਂ ਜਦੋਂ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਦਿੰਦੇ, ਬੱਚਿਆਂ ਨੂੰ ਕਿਉਰਿਓਸਿਟੀ ਹੁੰਦੀ ਆ, ਪਤਾ ਨਹੀਂ ਇਹ ਕਿੱਡੀ ਕੁ ਵੱਡੀ ਚੀਜ਼ ਹੋਊਗੀ, ਹੈ ਨਾ, ਕਿ ਫਿਜ਼ੀਕਲ ਰਿਲੇਸ਼ਨ ਉਹਨਾਂ ਦੇ ਮਾਇੰਡ 'ਚ ਬੈਠ ਜਾਂਦਾ, ਪਤਾ ਨਹੀਂ ਕੀ ਆ, ਹੈ ਨਾ। ਤਾਂ ਉਹਨਾਂ ਨੂੰ ਜਦੋਂ ਕੁਛ ਮਤਲਬ ਪ੍ਰੋਵਾਈਡ ਨਹੀਂ ਹੁੰਦਾ ਗਾ, ਜਾਂ ਉਹਨਾਂ ਖੁੱਲ੍ਹ ਕੇ ਉਹ ਕਿਸੇ ਨੂੰ ਦੱਸ ਨਹੀਂ ਸਕਦੇ, ਤਾਂ ਫਿਰ ਉਹ ਕੀ ਆ, ਰੇਪ ਦਾ ਰੀਜ਼ਨ ਬਣਦਾ ਗਾ। ਹੁਣ ਚਾਹੇ ਆਪਣੀ ਕੰਟਰੀ ਨੇ ਲੀਗਲ ਕਰਤਾ ਪ੍ਰੋਸਟੀਟਿਊਸ਼ਨ ਵਾਲਾ, ਠੀਕ ਹੈ, ਉਹ ਕਿਤੇ ਨਾ ਕਿਤੇ ਠੀਕ ਹੈ ਕਿ ਚਲੋ ਠੀਕ ਹੈ, ਰੇਪ ਦੇ ਚਾਂਸਸ ਮੇ ਵੀ ਘੱਟ ਜਾਣ, ਸ਼ੋਰ ਤਾਂ ਨਹੀਂ ਗੇ, ਪਰ ਇੱਥੇ ਕਿਤੇ ਨਾ ਕਿਤੇ ਆਪਣੀ ਸੈਕਸ ਐਜੂਕੇਸ਼ਨ ਰੀਜ਼ਨ ਆ ਰੇਪ ਦਾ। ਕਿਉਂਕਿ ਦੇਖੋ ਫੋਰਨ ਕੰਟਰੀ 'ਚ ਬਿਕਨੀ ਪਾ ਕੇ ਵੀ ਕੁੜੀਆਂ ਘੁੰਮਦੀਆਂ, ਹੈ ਨਾ, ਤਾਂ ਉਹਨਾਂ ਦੀ ਨਜ਼ਰ ਹੀ ਉੱਦਾਂ ਦੀ ਹੁੰਦੀ ਆ, ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਉਹਨਾਂ ਦੇ ਸਾਹਮਣੇ ਕੌਣ ਕਿਵੇਂ ਤੁਰ ਰਿਹਾ, ਕਿਵੇਂ ਨਹੀਂ ਤੁਰ ਰਿਹਾ ਗਾ।
ਉਹ ਆਪਣੇ ਬੱਚਿਆਂ ਦੇ ਸਾਹਮਣੇ ਵੀ ਇੱਕ ਦੂਸਰੇ ਨੂੰ ਹਸਬੈਂਡ ਵਾਈਫ ਪਿਆਰ ਕਰਦੇ ਆ। ਬੱਚਿਆਂ ਦਾ ਮਨ ਹੀ ਪਹਿਲਾਂ ਉਹ ਡਿਵੈਲਪ ਹੋ ਜਾਂਦਾ ਹੈ, ਉਹਨਾਂ ਦਾ ਮਾਈਂਡ ਕਿ ਕਿਸ ਇਜ਼ ਨਾਟ ਬੈਡ, ਹੈ ਨਾ। ਕਿ ਬਟ ਆਪਣੇ ਤਾਂ ਕਈ ਘਰ ਇਦਾਂ ਦੇ ਹੁੰਦੇ ਆ, ਹਸਬੈਂਡ ਵਾਈਫ ਪਿਆਰ ਵੀ ਨਹੀਂ ਸ਼ੋਅ ਕਰ ਸਕਦੇ ਬੱਚਿਆਂ ਦੇ ਸਾਹਮਣੇ ਔਰ ਪੇਰੈਂਟਸ ਦੇ ਸਾਹਮਣੇ। ਉਹ ਇਹ ਸੋਚ ਲੈਂਦੇ ਕਲਚਰ ਆ। ਬਟ ਤੁਸੀਂ ਬੱਚਿਆਂ ਨੂੰ ਐਟਲੀਸਟ ਐਜੂਕੇਸ਼ਨ ਦੇ ਸਕਦੇ ਹੋ। ਜਦੋਂ ਪਿਊਬਰਟੀ ਦਾ ਟਾਈਮ ਹੁੰਦਾ, ਉਹਨਾਂ ਨੂੰ ਬੈਠ ਕੇ ਸਮਝਾ ਸਕਦੇ ਹੋ ਕਿ ਇਹ ਟਾਈਮ ਇਦਾਂ ਦਾ ਕਿ ਤੁਸੀਂ ਇਦਾਂ ਰਿਸਪੈਕਟ ਕਰਨੀ ਆ, ਜੋ ਚਾਹੀਦਾ, ਜੋ ਨੀਡ ਹੈ ਤੁਹਾਨੂੰ, ਹੈ ਨਾ, ਉਹ ਤੁਸੀਂ ਕਿਤੋਂ ਵੀ ਕਰ ਸਕਦੇ ਹੋ, ਪ੍ਰੋਸਟੀਟਿਊਸ਼ਨ ਕੋਲ ਜਾ ਕੇ ਜਾਂ ਕੁਝ ਵੀ ਜਿਵੇਂ ਆ, ਬਟ ਕਿਸੇ ਨੂੰ ਹਰਟ ਕਰਕੇ ਨਹੀਂ ਤੇ ਔਰ ਰੇਪ ਕਰਕੇ ਇਹ ਚੀਜ਼ਾਂ ਗਲਤ ਹੋਣਗੀਆਂ। ਔਰ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਸ਼ੁਰੂ ਤੋਂ ਨਾ ਤੋਂ ਲੁਕੋ ਕੇ ਰੱਖਦੇ ਆ, ਉਹ ਹਊਆ ਬਣ ਜਾਂਦੀਆਂ ਕਿਤੇ ਨਾ ਕਿਤੇ ਉਹਨਾਂ ਦੀ, ਕਿ ਪਤਾ ਨਹੀਂ ਕੀ ਚੀਜ਼ ਹੈ। ਉਹ ਇਦਾਂ ਸੋਚਣ ਲੱਗ ਪੈਂਦੇ ਆ ਵੀ ਸੈਕਸ ਇੱਕ ਬਹੁਤ ਵੱਡੀ ਚੀਜ਼ ਹੈ ਔਰ ਫਿਜ਼ੀਕਲ ਰਿਲੇਸ਼ਨ ਹੀ ਚਾਹੀਦਾ। ਜਦੋਂ ਆਪਾਂ ਕਿਸੇ ਨੂੰ ਇੱਕ ਗੁਲਾਮੀ 'ਚ ਰੱਖਦੇ ਆ, ਫ੍ਰੀ ਨਹੀਂ ਛੱਡਦੇ, ਤਾਂ ਉਹਨੂੰ ਉਹ ਚੀਜ਼ ਬਹੁਤ ਵੱਡੀ ਲੱਗਣ ਲੱਗ ਪੈਂਦੀ ਆ ਅਤੇ ਉਹਨੂੰ ਕਰਨ ਦੀ ਐਕਸਾਈਟਮੈਂਟ ਹੁੰਦੀ ਆ। ਹੁਣ ਨੋਰਮਲ ਚੀਜ਼ ਹੋਊਗੀ, ਆਪਣੇ ਅੱਗੇ ਪਈ ਹੋਊਗੀ, ਆਪਾਂ ਕਹਿੰਦੇ ਨੋਰਮਲ ਆਪਣੇ ਲਈ, ਹੈ ਨਾ, ਆਪਾਂ ਵੇਖਦੇ ਹਾਂ, ਅੱਗੇ ਚਲੇ ਜਾਂਦੇ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਮਾਈਂਡ 'ਚ ਥੋਟ ਨਹੀਂ ਆਉਂਦਾ। ਜਦੋਂ ਕੋਈ ਜਿੱਦਾਂ ਫੋਰ ਐਗਜ਼ਾਮਪਲ ਕਿਸੇ ਪਰਸਨ ਨੂੰ ਤੁਸੀਂ ਗੁਲਾਮੀ 'ਚ ਰੱਖਦੇ ਹੋ, ਹੈ ਨਾ, ਰਿਸਟ੍ਰਿਕਸ਼ਨ ਦੇ ਅੰਡਰ ਰੱਖਦੇ ਹੋ, ਤਾਂ ਉਹਨੂੰ ਐਂ ਲੱਗਦਾ ਆਜ਼ਾਦੀ ਬਹੁਤ, ਅਤੇ ਉਹ ਜਦੋਂ ਆਜ਼ਾਦੀ ਮਿਲਦੀ ਆ ਤਾਂ ਇੱਕਦਮ ਉਹਦਾ ਫਾਇਦਾ ਉਠਾਉਂਦੇ ਆ। ਔਰ ਉਹਨਾਂ ਨੂੰ ਆਜ਼ਾਦੀ ਮਿਲਣ 'ਤੇ ਇਹ ਵੀ ਨਹੀਂ ਪਤਾ ਲੱਗਦਾ ਜਦੋਂ ਇੱਕਦਮ ਆਜ਼ਾਦੀ ਮਿਲਦੀ ਆ ਕੀ ਗਲਤ ਆ ਕੀ ਸਹੀ ਆ, ਤਾਂ ਫਿਰ ਉਹ ਕੁਛ ਨਾ ਕੁਛ ਇੱਦਾਂ ਦਾ ਆਪਣੀ ਲਾਈਫ ਖ਼ਰਾਬ ਕਰ ਲੈਂਦੇ ਆ ਜਾਂ ਕੁਛ ਨਾ ਕੁਛ ਇੱਦਾਂ ਦਾ ਕਰਦੇ ਆ ਕਿ ਉਹਨਾਂ ਦੀ ਮਤਲਬ ਗਲਤ ਰਸਤੇ ਚਲੇ ਜਾਂਦੇ ਆ। ਅਤੇ ਜਦੋਂ ਸਟਾਰਟਿੰਗ 'ਤੇ ਨੋਰਮਲ ਲੈ ਕੇ ਰੱਖਾਂਗੇ, ਉਹਨਾਂ ਨੂੰ ਹਰ ਚੀਜ਼ ਨੋਰਮਲ ਦਿਖਾਈ ਜਾਵੇਗੀ, ਉਹਨਾਂ ਦਾ ਬ੍ਰੇਨ ਹੀ ਉੱਦਾਂ ਦਾ ਡਿਵੈਲਪ ਹੋ ਜਾਏਗਾ ਅਤੇ ਉਹਨਾਂ ਨੂੰ ਕੋਈ ਵੀ ਚੀਜ਼ ਵੱਡੀ ਨਹੀਂ ਲੱਗੇਗੀ। ਬਿਲਕੁਲ, ਜਿਵੇਂ ਇੱਕ ਚੀਜ਼ ਬਹੁਤ ਵਧੀਆ ਕਹੀ ਤੁਸੀਂ ਕਿ ਹਸਬੈਂਡ ਵਾਈਫ ਨੂੰ ਵੀ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਫੋਰਨ ਕੰਟਰੀਜ਼ ਨਾਲੋਂ ਫਰਕ ਹੈ, ਚਾਹੇ ਆਪਾਂ ਕਲਚਰ ਕਹਿ ਲਈਏ, ਆਪਣਾ ਸੱਭਿਆਚਾਰ ਕਹਿ ਲਈਏ, ਕਿ ਉਹਨਾਂ ਨੂੰ ਵੀ ਪੂਰੀ ਆਜ਼ਾਦੀ ਨਹੀਂ ਹੈ ਕਿ ਉਹ ਆਪਣੇ ਤਰੀਕੇ ਨਾਲ ਬਾਹਰ ਚੱਲ ਫਿਰ ਸਕਣ, ਆਪਣੇ ਤਰੀਕੇ ਨਾਲ ਤੌਰ ਤਰੀਕੇ ਆਪਣੇ ਰੱਖ ਸਕਣ। ਕਿਉਂਕਿ ਇੱਕ ਤਰੀਕੇ ਨਾਲ ਜੋ ਆਪਣੇ ਪੁਰਾਣੇ ਜਾਂ ਕਹਿ ਲਈਏ ਜਾਂ ਉਹਨਾਂ ਤੋਂ ਸਿੱਖੀਆਂ ਹੋਈਆਂ ਚੀਜ਼ਾਂ ਨੇ, ਬਜ਼ੁਰਗਾਂ ਤੋਂ ਵੀ, ਹੈ ਨਾ, ਉਹ ਕਹਿ ਦਿੰਦੇ ਕਿ ਕਿਸੇ ਨੂੰ ਥੋੜ੍ਹਾ ਜਿਹਾ ਵੀ ਗਲਤ ਦੇਖਦੇ ਆ, ਚਾਹੇ ਉਹ ਹਸਬੈਂਡ ਵਾਈਫ ਹੀ ਹੈ, ਕਿ ਸ਼ਰਮ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ। ਉਹ ਚੀਜ਼ਾਂ ਕਰਕੇ ਵੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਚੀਜ਼ਾਂ ਥੋੜ੍ਹੀਆਂ ਉਹ ਹੋ ਰਹੀਆਂ? ਹੋ ਸਕਦਾ ਇਹ ਰੀਜ਼ਨ ਹੈ, ਜਿੱਦਾਂ ਕਿ ਆਪਾਂ ਫੈਮਿਲੀ 'ਚ ਹੁੰਦੇ ਹਾਂ, ਹਸਬੈਂਡ ਵਾਈਫ ਇੱਕ ਦੂਜੇ ਨਾਲ ਥੋੜ੍ਹਾ ਬਹੁਤਾ ਇੰਜੋਏ ਕਰਨ ਲੱਗ ਪਏ ਜਾਂ ਇੱਕ ਦੂਜੇ ਨੂੰ ਟੀਜ਼ ਕਰਨ ਲੱਗ ਪੈਂਦੇ ਆ, ਵੱਡੇ ਕਹਿ ਦਿੰਦੇ ਆ ਦੇਖੋ ਤੁਸੀਂ ਨੂੰਹ ਹੈ ਅਤੇ ਥੋੜ੍ਹਾ ਇੱਜ਼ਤ ਦਾ ਧਿਆਨ ਰੱਖੀਦਾ ਹੁੰਦਾ ਗਾ। ਇਸ ਵਿੱਚ ਹੀ ਸੋਚਣ ਵਾਲੀ ਉਹ ਆਪਣੇ ਹਸਬੈਂਡ ਨਾਲ ਹੀ ਆ ਅਤੇ ਕੋਈ ਉਹਨਾਂ ਦੀ ਪੀੜ੍ਹੀ ਦੀ ਸੋਚ ਇੱਦਾਂ ਹੀ ਹੈ ਕਿ ਕਲਚਰ ਆ, ਹੈ ਨਾ, ਜੋ ਅੰਦਰ ਖਾਤੇ ਹਾਈਡ ਕਰਕੇ ਹੋਣ, ਚੀਜ਼ਾਂ ਸੀਕਰਟਲੀ ਹੋਣ, ਉਹ ਬੈਟਰ ਆ ਰੈਦਰ ਦੈਨ ਫਰੰਟ ਆਫ ਸੁਸਾਇਟੀ, ਹੈ ਨਾ। ਉਹ ਉਹਨਾਂ ਦੀ ਸੋਚ ਆ ਨਾ। ਬਟ ਆਪਣੀ ਜਨਰੇਸ਼ਨ ਕਾਫੀ ਹੱਦ ਤੱਕ ਹੋ ਗਈ ਹੈ, ਇੰਪਰੂਵਮੈਂਟ ਹੋ ਗਈ ਆ। ਜਿੱਦਾਂ ਹੁਣ ਆਪਣੀ ਜਨਰੇਸ਼ਨ 'ਚ ਬਹੁਤ ਬਾਹਰ ਜਾਂਦੇ ਆ, ਫੈਮਿਲੀ ਟਾਈਮ ਸਪੈਂਡ ਕਰਦੇ ਆ, ਮੂਵੀਜ਼ ਦੇਖਦੇ ਆ, ਬਟ ਕੁਛ ਕੁ ਪਿੰਡਾਂ ਦੇ ਵਿੱਚ ਉਹ ਉਹ ਚੀਜ਼ ਹੈਗੀ ਆ ਅਤੇ ਉਹਨਾਂ ਨੂੰ ਉੱਦਾਂ ਰਹਿਣਾ ਹੀ ਪੈਂਦਾ ਅਤੇ ਉਹ ਉੱਦਾਂ ਆਪਦੇ ਆਪ ਨੂੰ ਢਾਲ ਲੈਂਦੇ ਆ ਕਿ ਚਲੋ ਠੀਕ ਹੈ ਆਪਾਂ ਇੱਦਾਂ ਹੀ ਰਹਿ ਲੈਂਦੇ ਹਾਂ। ਬਟ ਮੈਨੂੰ ਲੱਗਦਾ ਕਿ ਤੁਸੀਂ ਖੁੱਲ੍ਹ ਕੇ ਰਹੋ, ਖੁੱਲ੍ਹ ਕੇ ਜੀਵੋ, ਸਟ੍ਰੇਟ ਫਾਰਵਰਡ ਹੋਵੋ। ਜੋ ਚੀਜ਼ ਹੈ ਗਲਤ ਹੈ ਤਾਂ ਗਲਤ ਹੈ, ਕੋਈ ਵੱਡੇ ਛੋਟੇ ਦਾ ਨਹੀਂ ਹੁੰਦਾ। ਕਲਚਰ ਨੂੰ ਅਸੈਪਟ ਕਰੋ, ਕਲਚਰ ਦੀ ਰਿਸਪੈਕਟ ਕਰੋ, ਬਟ ਇਹ ਨਹੀਂ ਕਿ ਕਲਚਰ ਨੂੰ ਗਲ 'ਚ ਪਾ ਕੇ ਬੈਠ ਜਾਓ ਕਿ ਕੁਛ ਚੀਜ਼ਾਂ ਕਲਚਰ 'ਚ ਵੀ ਗਲਤ ਹੁੰਦੀਆਂ। ਔਰ ਇੱਕ ਗੱਲ ਹੋਰ ਕਿ ਲੋਕ ਕਲਚਰ ਫੋਲੋ ਕਰਦੇ ਆ, ਕੁਛ ਰਸਮਾਂ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਦਾ ਕਿਸੇ ਨੂੰ ਮੀਨਿੰਗ ਹੀ ਨਹੀਂ ਪਤਾ ਹੁੰਦਾ। ਆਪਾਂ ਰਸਮਾਂ ਫੋਲੋ ਕਰੀ ਜਾਂਦੇ ਬਿਕੋਜ਼ ਆਪਣੇ ਵੱਡੇ ਫੋਲੋ ਕਰ ਰਹੇ ਸੀ ਅਤੇ ਆਪਾਂ ਉਹ ਰਸਮਾਂ ਦੇ ਬਾਰੇ ਪੁੱਛਦੇ ਹਾਂ ਜਾਂ ਆਪਣੇ ਪੇਰੈਂਟਸ ਨੂੰ ਪੁੱਛਦੇ ਹਾਂ ਜਾਂ ਕਿਸੇ ਨੂੰ ਵੱਡੇ ਨੂੰ ਪੁੱਛਦੇ ਹਾਂ ਇਹ ਰਸਮ ਦਾ ਮਤਲਬ ਕੀ ਹੈ, ਕਹਿਣਗੇ ਨਹੀਂ ਸਾਨੂੰ ਤਾਂ ਪਤਾ ਨਹੀਂ, ਪਰ ਆਪਣੇ ਵੱਡੇ ਮੰਨਦੇ ਹੁੰਦੇ ਸੀ। ਜਿਹੜੀਆਂ ਚੀਜ਼ਾਂ ਰਸਮਾਂ ਤਾਂ ਕੋਈ ਲੌਜਿਕ ਹੀ ਹੈ ਨਹੀਂ, ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਮੰਨਣੀਆਂ ਚਾਹੀਦੀਆਂ। ਲੌਜਿਕ ਤੋਂ ਬਿਨਾਂ ਨਹੀਂ, ਕਿਉਂਕਿ ਜਾਂ ਤਾਂ ਦੋ ਰੀਜ਼ਨ ਦੱਸੋ ਵੀ ਕੀ ਹੈ। ਜਿਹੜੀਆਂ ਕਹਿ ਦਿੰਦੇ ਆ ਇਸ ਦਿਨ ਤੁਸੀਂ ਵਾਲ ਨਹੀਂ ਧੋਣੇ, ਇਸ ਦਿਨ ਆਹ ਨਹੀਂ ਕਰਨਾ, ਆਹ ਦਿਨ ਵਾਲ ਕਟਿੰਗ ਨਹੀਂ ਕਰਾਉਣੇਗੇ, ਆਹ ਦਿਨ ਇੱਥੇ ਨਹੀਂ ਜਾਣਾ, ਆਹ ਦਿਨ ਇੱਦਾਂ ਏ, ਮਤਲਬ ਦਿਨ। ਆਪਣੇ ਤਾਂ ਦੇਸ਼ 'ਚ ਦਿਨ ਵੀ ਧਰਮ ਦੇ ਅਕੋਰਡਿੰਗ ਵੰਡੇ ਹੋਏ ਵੀ ਆ। ਔਰ ਵਾਲ ਨਹੀਂ ਧੋਣਾ, ਜੋ ਇਹ ਪੁਰਾਣੇ ਜ਼ਮਾਨੇ ਵਿੱਚ ਮੈਨੂੰ ਲੱਗਦਾ ਸ਼ਾਇਦ ਇੱਦਾਂ ਹੁੰਦਾ ਸੀ, ਲੇਡੀਜ਼ ਖੇਤ ਵੀ ਉਹਨਾਂ ਨੇ ਜਾਣਾ, ਘਰੇ ਵੀ ਕੰਮ ਕਰਨੇ, ਪੂਰਾ ਦਿਨ ਬਿਜ਼ੀ ਰਹਿੰਦੇ ਸੀ। ਉਹਨਾਂ ਨੇ ਵਿਚਾਰੀਆਂ ਨੇ ਦਿਨ ਰੱਖੇ ਹੋਣੇ ਹੈ
ਕਿ ਆਹ ਦਿਨ ਚਲੋ ਆਪਾਂ ਆਹ ਕੰਮ ਨਹੀਂ ਕਰਨੇ, ਉਹ ਉਹਨਾਂ ਨੇ ਵਹਿਮ ਬਣਾ ਲਿਆ। ਵਹਿਮ ਬਣਾ ਲਿਆ। ਹੁਣ ਆਪਾਂ ਕਹਿ ਦਿੰਦੇ ਕਿ ਨਹੀਂ ਵੀਰਵਾਰ ਨਹੀਂ ਦੇਣ ਵਾਲ ਧੋਣੇ, ਵੀਰਵਾਰ ਆ ਨਹੀਂ ਕਰਨਾ, ਮੰਗਲਵਾਰ ਆ ਨਹੀਂ ਕਰਨਾ। ਲੌਜਿਕ ਕੀ ਆ, ਬੰਦੇ ਦਾ ਸਿਰ ਦੁਖ ਰਿਹਾ ਹੋਵੇ ਤੇ ਉਹਨੂੰ ਆਏ ਹੋਵੇ ਕਿ ਆਪਦੇ ਹੈਡੇਕ ਨੂੰ ਕਰਨਾ, ਠੀਕ ਕਰਨਾ ਜਾਂ ਕੋਲਡ ਕਰਨਾ ਗਾ, ਹੈ ਨਾ, ਤਾਂ ਉਹ ਨਹੀਂ ਕਰਨਾ। ਬਟ ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦੀ। ਕੋਈ ਦਿਨ ਨਹੀਂ, ਕਿਸੇ ਵੀ ਧਰਮ ਦਾ ਕੋਈ ਦਿਨ ਨਹੀਂ ਹੁੰਦਾ। ਤਾਂ ਕਿਸੇ ਜਦੋਂ ਤੁਸੀਂ ਧਾਰਮਿਕ ਜਗ੍ਹਾ 'ਤੇ ਜਾਣਾ, ਉਹਦਾ ਕਾਹਦਾ ਦਿਨ ਆ, ਹੈ ਨਾ। ਤੁਸੀਂ ਧਰਮ ਦਾ ਜਾਂ ਰਸਮਾਂ ਦਾ ਕੋਈ ਵੀ ਦਿਨ ਨਹੀਂ, ਕੋਈ ਟਾਈਮ ਨਹੀਂ। ਜਦੋਂ ਤੁਹਾਡੇ ਅੰਦਰ ਆਵਾਜ਼ ਆਉਂਦੀ ਹੈ ਵਾਹਿਗੁਰੂ ਬੁਲਾ ਰਿਹਾ, ਜਾਂ ਕੋਈ ਵੀ ਧਰਮ ਦੇ ਬੰਦੇ ਨੂੰ ਆਵਾਜ਼ ਆਉਂਦੀ ਹੈ, ਤਾਂ ਜਾਓ। ਕੋਈ ਇੱਦਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਵੀਰਵਾਰ ਪੀਰ ਦਾ ਦਿਨ ਹੁੰਦਾ ਤਾਂ ਵੀਰਵਾਰ ਜਾਣਾ, ਮੈਂ ਕਹਿੰਦੀ ਜਦੋਂ ਰੱਬ ਬੁਲਾਉਂਦਾ ਤਾਂ ਜਾ ਲੈਣਾ ਚਾਹੀਦਾ, ਮੈਸੇਜ ਆਉਂਦਾ। ਔਰ ਜਿਵੇਂ ਆਪਾਂ ਗੱਲ ਕਰੀਏ ਕਿ 75% ਤੱਕ ਸੁਸਾਇਟੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਚੇਂਜ ਆਏ ਆ, ਸੁਧਰੀਆਂ ਚੀਜ਼ਾਂ, ਹੈ ਨਾ। ਤਾਂ ਜੋ ਵੀ ਹੁਣ ਚੀਜ਼ਾਂ ਹੁੰਦੀਆਂ, ਜਾਂ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਬੈਡ ਕਮੈਂਟਸ ਆਉਂਦੇ ਆ, ਜਾਂ ਫਿਰ ਇੱਕ ਗਲਤ ਨਜ਼ਰੀਏ ਨਾਲ ਹਜੇ ਤੱਕ ਵੀ ਦੇਖਿਆ ਜਾਂਦਾ, ਜੋ ਥੋੜ੍ਹੀਆਂ ਜਿਹਾ ਜ਼ਿਆਦਾ ਡਿਵੈਲਪ ਹੋ ਜਾਂਦੀਆਂ ਕੁੜੀਆਂ, ਜਾਂ ਆਪਣੇ ਆਪ ਨੂੰ ਓਪਨ ਮਾਈਂਡ, ਹੈ ਨਾ, ਥੋੜ੍ਹਾ ਕਰ ਲੈਂਦੇ ਆ ਉਹਨਾਂ ਨੂੰ। ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਚੀਜ਼ਾਂ ਦੇ ਨਾਲ ਇਹ ਸੋਚ ਨੂੰ ਬਦਲਿਆ ਜਾ ਸਕਦਾ? ਕੁਛ ਮਤਲਬ ਅਗਰ ਤੁਹਾਡੇ ਦਿਮਾਗ ਦੇ ਵਿੱਚ ਹੋਵੇ, ਕਿਉਂਕਿ ਆਪਾਂ ਕਿਸੇ ਨੂੰ ਉਹ ਤਾਂ ਹੈ ਨਹੀਂ ਹੈ ਕਿ ਧੱਕੇ ਨਾਲ ਆਪਾਂ ਜ਼ਬਰਦਸਤੀ ਕਿਸੇ ਨੂੰ ਬਦਲ ਸਕਦੇ ਹਾਂ, ਪਰ ਕਿਹੜੀਆਂ ਚੀਜ਼ਾਂ ਨਾਲ ਤੁਹਾਨੂੰ ਲੱਗਦਾ ਹੈ ਕਿ ਚੇਂਜ ਆ ਸਕਦਾ? ਦੇਖੋ, ਫਸਟ ਆਫ ਆਲ ਜੇ ਮੇਰੇ ਬੇਟਾ ਹੁੰਦਾ ਅੱਗੇ ਨੂੰ, ਹੈ ਨਾ, ਤਾਂ ਮੈਂ ਆਪਣੇ ਬੇਟੇ ਨੂੰ ਇਹੀ ਕਹਾਂਗੀ ਕਿ ਰਿਸਪੈਕਟ, ਹੈ ਨਾ। ਜਿਸ ਨੂੰ ਤੂੰ ਪਿਆਰ ਕਰਦਾ ਉਸ ਦੀ ਵੀ ਰਿਸਪੈਕਟ, ਜਿਸ ਨਾਲ ਰਹਿਣਾ ਉਸ ਦੀ ਵੀ ਰਿਸਪੈਕਟ, ਔਰ ਜੋ ਤੁਹਾਡੇ ਸਰਾਊਂਡਿੰਗ 'ਚ ਲੇਡੀ ਰਹਿੰਦੀ ਹੈ ਉਸ ਦੀ ਵੀ ਰਿਸਪੈਕਟ, ਹੈ ਨਾ। ਜੋ ਆਪਣੀਆਂ ਤੇਰੀਆਂ ਫਿਜ਼ੀਕਲ ਨੀਡਸ ਆ ਜਾਂ ਕੁਛ ਵੀ ਹੈ, ਜਿੱਦਾਂ ਜਿੱਦਾਂ ਗਰੋ ਹੋਏਗਾ ਉਹਨੂੰ ਤੁਸੀਂ, ਮੈਂ ਜੋ ਟੀਚ ਕਰਵਾਇਆ ਉਹਨੂੰ, ਹੈ ਨਾ, ਉਹੀ ਰਿਪਰੈਜ਼ੈਂਟ ਕਰੇਗਾ ਅੱਗੇ ਜਾ ਕੇ, ਉਹੀ ਫੋਲੋ ਕਰੇਗਾ ਕਿ ਆਹ ਚੀਜ਼ ਆਏ ਆ, ਕਿੱਦਾਂ ਰਿਸਪੈਕਟ ਕਰਨੀ ਆ। ਇਹ ਚੀਜ਼ ਹੁੰਦੀ ਹੈ ਜਿੱਦਾਂ ਆਪਣੇ ਘਰਾਂ 'ਚ ਮਾਂ ਪਿਓ ਖੁੱਲ੍ਹ ਕੇ ਬੱਚੇ ਨੂੰ ਕਹਿੰਦੇ ਨਹੀਂ ਗਏ ਕਿ ਵੀ ਇੱਦਾਂ ਰਿਸਪੈਕਟ ਕਰਨੀ ਹੈ ਗਰਲਸ ਦੀ, ਹੈ ਨਾ, ਜਾਂ ਤੂੰ ਇੱਦਾਂ ਇੱਜ਼ਤ ਨਾਲ ਬੋਲਣਾ ਹੈ ਕਿਸੇ ਨੂੰ, ਜਾਂ ਵੱਡਿਆਂ ਨੂੰ ਬੋਲਣਾ ਹੈਗਾ, ਅਤੇ ਕਿਸੇ ਦੇ ਬਾਰੇ ਕੋਈ ਲਾਈਫ ਦਾ ਕੋਈ ਇੰਟਰਫੇਰੈਂਸ ਨਹੀਂ ਕਰਨੀ ਆਪਾਂ, ਹੈ ਨਾ। ਕੋਈ ਜਿੰਦਾ ਜਿਵੇਂ ਜਾਵੇ, ਹੈ ਨਾ, ਆਪਾਂ ਕੀ ਲੈਣਾ। ਜੇ ਇਹ ਚੀਜ਼ਾਂ ਪਹਿਲਾਂ ਹੀ ਸਮਝਾਈਆਂ ਹੁੰਦੀਆਂ ਤਾਂ ਮੈਨੂੰ ਨਹੀਂ ਲੱਗਦਾ ਸੋਸ਼ਲ ਮੀਡੀਆ 'ਤੇ ਮੁੰਡੇ ਕਮੈਂਟਸ ਕਰਦੇ ਕਿ ਆਹ ਚੀਜ਼ ਆਏ ਆ, ਆਹ ਚੀਜ਼ ਆਏ ਆ, ਕਿਸੇ ਬਾਰੇ ਇਹ ਆਏ ਆ। ਕਈ ਵਾਰ ਦੇਖਦੇ ਆ ਬਿਨਾਂ ਕਿਸੇ ਗੱਲ ਤੋਂ, ਕਿਸੇ ਕੁੜੀ ਦੀ ਫੋਟੋ ਪਾਈ ਹੁੰਦੀ ਆ, ਕੋਈ ਉਸ ਨੂੰ ਗਸ਼ਤੀ ਬੋਲ ਦਿੰਦਾ ਹੈ, ਬਹੁਤ ਬੈਡ ਵਰਡਸ ਯੂਜ਼ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਇੱਥੇ ਟੀਵੀ 'ਤੇ ਐਕਸਪਲੇਨ ਵੀ ਨਹੀਂ ਕਰ ਸਕਦੇ, ਹੈ ਨਾ। ਕੋਈ ਮੈਂ ਕਈ ਵਾਰ ਵੇਖਦੀ ਹੁੰਦੀ ਹਾਂ 'ਚ ਹੈ ਕੀ ਉਹਨੇ ਕੱਪੜੇ ਪਾਏ ਆ, ਉਹਨੇ ਇੱਕ ਰੀਲ ਬਣਾਤੀ, ਉਹਨੇ ਐਕਟੀਵਿਟੀ ਕਰਤੀ, ਇਸ 'ਚ ਉਹਦਾ ਕਰੈਕਟਰ ਕਿਵੇਂ ਜੱਜ ਹੋ ਗਿਆ। ਤਾਂ ਉਹ ਕਰੈਕਟਰ ਸਰਟੀਫਿਕੇਟ ਕਮੈਂਟਸ 'ਚ ਦੇ ਦਿੰਦੇ ਆ ਤੁਹਾਡਾ ਕਿ ਤੂੰ ਇਸ ਲੈਵਲ ਦੀ ਆ ਅਤੇ ਤੂੰ ਇੱਥੇ ਹੀ ਆ। ਬਿਲਕੁਲ। ਔਰ ਮੇਰਾ ਇੱਕ ਆਖਰੀ ਸਵਾਲ ਹੈ ਇਹ ਹੈ ਕਿ ਇੱਕ ਲੇਖਕ ਦੇ ਲਈ, ਹੈ ਨਾ, ਲਿਖਣ ਤੋਂ ਪਹਿਲਾਂ ਕਿਤਾਬਾਂ ਪੜ੍ਹਨੀਆਂ ਕਿੰਨੀਆਂ ਕੁ ਜ਼ਰੂਰੀ ਹੁੰਦੀਆਂ? ਨੈਚੁਰਲ ਤਾਂ ਹੀ ਤੁਹਾਡੇ 'ਚ ਟੈਲੈਂਟ ਹੁੰਦਾ ਹੀ ਹੁੰਦਾ ਹੈ ਕਿ ਮਤਲਬ ਲਿਖਣ ਦਾ ਤੁਹਾਨੂੰ ਆਪਣੇ ਆਪ 'ਚ ਸ਼ੌਂਕ ਹੁੰਦਾ ਗਾ। ਦੂਸਰਾ ਪੁਆਇੰਟ ਇਹ ਕਿ ਤੁਹਾਡੇ ਹਾਲਾਤ ਬਣਾ ਦਿੰਦੇ ਆ ਤੁਹਾਨੂੰ, ਜਾਂ ਕਿਸੇ ਦਾ ਬ੍ਰੇਕਅਪ ਹੋ ਜਾਂਦਾ, ਜਾਂ ਕਿਸੇ ਦੇ ਅਰਮਾਨ ਟੁੱਟ ਜਾਂਦੇ ਆ, ਜਾਂ ਕਿਸੇ ਦਾ ਲਾਈਫ ਸਟਰਗਲ ਹੀ ਇੱਦਾਂ ਦਾ ਹੁੰਦਾ ਕਿ ਉਹਨੇ ਇੰਨਾ ਐਕਸਪੀਰੀਅੰਸ ਮਿਲ ਜਾਂਦਾ ਅਤੇ ਉਹਦੀ ਕਲਮ ਚੁੱਕਣ ਲੱਗ ਪੈਂਦਾ, ਜਾਂ ਕਿਸੇ ਨੂੰ ਸਮਾਜ ਦਾ ਵੇਖ ਵੇਖ ਕੇ ਗੁੱਸਾ ਆਉਂਦਾ ਤਾਂ ਉਹ ਕਲਮ ਕਰਕੇ ਕੱਢਦਾ ਗੁੱਸਾ। ਫਿਰ ਤੀਸਰਾ ਪੁਆਇੰਟ ਇਹ ਹੈ ਕਿ ਬੁੱਕਸ ਪੜ੍ਹਨਾ ਬਹੁਤ ਜ਼ਰੂਰੀ ਆ। ਬੁੱਕਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਮਿਲਦੀ ਆ, ਬੁੱਕਸ ਨਾਲ ਲਿਖਣ ਦੇ ਢੰਗ ਦਾ ਪਤਾ ਚੱਲਦਾ ਤੁਹਾਨੂੰ, ਕੌਣ ਕਿਵੇਂ ਵੋਕੈਬਲਰੀ ਮਿਲਦੀ ਆ, ਔਰ ਕਿਸੇ ਦੇ ਥਾਟਸ, ਕਿਸੇ ਦੀ ਸੋਚ ਕਿਵੇਂ ਸੀਗੀ, ਔਰ ਕਿਸੇ ਦੀਆਂ ਕਹਾਣੀਆਂ ਕਿਵੇਂ, ਜ਼ਿੰਦਗੀ ਦਾ ਐਕਸਪੀਰੀਅੰਸ ਕਿਵੇਂ ਰਿਹਾ, ਔਰ ਕਿਸੇ ਨੇ ਆਪਣੀ ਜ਼ਿੰਦਗੀ ਨੂੰ ਕਿੱਦਾਂ ਦਿਖਾਇਆ ਏ, ਉਹਦੀ ਸੋਚ ਕਿੱਦਾਂ ਕਿਵੇਂ ਦੀ ਆ, ਮੇਰੀ ਸੋਚ ਕਿੱਦਾਂ ਦੀ ਆ, ਕਿਸੇ ਤੀਸਰੇ ਆਥਰ ਦੀ ਸੋਚ ਕਿੱਦਾਂ ਦੀ ਆ। ਸਭ ਕੁਛ ਮਿਲਾ ਕੇ ਤੁਹਾਡੇ ਕੋਲ ਬੰਡਲ ਆਫ ਨੌਲੇਜ ਬਣ ਜਾਂਦਾ ਹੈਗਾ। ਇਹ ਕਿ ਬੁੱਕਸ ਪੜ੍ਹਨੀਆਂ ਜਿਵੇਂ ਘੱਟ ਪਸੰਦ ਹੁੰਦੀਆਂ ਕਈਆਂ ਨੂੰ, ਜਿਵੇਂ ਹੁਣ ਉਹੀ ਬੁੱਕਸ ਦੇ ਵਿੱਚੋਂ ਗਾਣੇ ਵੀ ਬਣਨੇ ਸ਼ੁਰੂ ਹੋ ਗਏ। ਕਹੇ ਸੀ ਨਾ ਕਿਸੇ ਦਾ ਪਿਆਰ ਪਾਵਨ ਲਈ ਭਲਾ ਕੋਈ ਕੀ ਨਹੀਂ ਕਰਦਾ, ਉਹ ਵੀ ਕਿਸੇ ਦਾ ਲਿਖਿਆ ਹੋਇਆ ਇੱਕ ਬੁੱਕ ਦੇ ਵਿੱਚ ਹੈ। ਉਹੀ ਅਗਰ ਸੌਂਗ ਸੁਣਿਆ ਉਹਨਾਂ ਨੇ ਤਾਂ ਉਹਨਾਂ ਨੂੰ ਬਹੁਤ ਪਸੰਦ ਆਇਆ, ਮਤਲਬ ਜਿੰਨੇ ਵੀ ਆਡੀਅנס ਹੈ, ਪਰ ਉਹਨਾਂ ਨੇ ਉਹ ਬੁੱਕ ਨਹੀਂ ਪੜ੍ਹੀ ਪੂਰੀ। ਉਹਨਾਂ ਨੂੰ ਬੋਰਿੰਗ ਚੀਜ਼ਾਂ ਨਹੀਂ, ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਕਿ ਬੁੱਕਸ ਬੋਰਿੰਗ ਆ।
ਉਹਨਾਂ ਨੂੰ ਇੱਕ ਜੇ ਆਪਾਂ ਐਂਟਰਟੇਨਮੈਂਟ ਦੇ ਰੂਪ ਵਿੱਚ ਫਾਰਮ ਵਿੱਚ ਆਪਾਂ ਪ੍ਰੈਜ਼ੈਂਟ ਕਰਦੇ ਆ ਤਾਂ ਉਹਨਾਂ ਨੂੰ ਉਹ ਚੀਜ਼ ਬਹੁਤ ਜ਼ਿਆਦਾ ਪਸੰਦ ਆਉਂਦੀ ਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਕੋਲ ਇੰਨਾ ਟਾਈਮ ਹੈ ਨਹੀਂ, ਕਈਆਂ ਨੂੰ ਕੋਲ ਬੁੱਕਸ ਪੜ੍ਹਨ ਦਾ, ਕਈ ਵੇਖ ਕੇ ਹੀ ਛੱਡ ਦਿੰਦੇ ਆ, ਉਹਨਾਂ ਨੂੰ ਕਵਰ ਹੀ ਸੋਹਣੇ ਲੱਗਦੇ ਆ, ਕਈ ਸ਼ੋਅ ਆਫ ਲਈ ਰੱਖਦੇ ਆ ਬੁੱਕਸ ਕਿ ਸਾਨੂੰ ਇਦਾਂ ਲੱਗੇ ਕਿ ਲੋਕਾਂ ਨੂੰ ਵੀ ਮੈਂ ਬੁੱਕਸ ਪੜ੍ਹਦਾ ਏ। ਔਰ ਕਈਆਂ ਨੂੰ ਇਦਾਂ ਹੁੰਦਾ ਕਿ ਬੁੱਕਸ ਬੋਰਿੰਗ ਆ, ਮੈਂ ਨਹੀਂ ਪੜ੍ਹਨੀ ਆ, ਔਰ ਉਹਨਾਂ ਨੂੰ ਐਂਟਰਟੇਨਮੈਂਟ ਰਿਸੋਰਸ ਦੇ ਦਿਓ ਤਾਂ ਪੜ੍ਹ ਲੈਣਗੇ ਕਿਉਂਕਿ ਇਹਨਾਂ ਪੜ੍ਹ ਕੇ ਨੀਂਦ ਆਉਣ ਲੱਗ ਪੈਂਦੀ ਹੈ ਕਈਆਂ ਨੂੰ। ਆਪਣਾ ਆਪਣਾ ਮਾਈਂਡ ਆ। ਤਾਂ ਬਹੁਤ ਬਹੁਤ ਸ਼ੁਕਰੀਆ ਮੈਮ ਗੱਲਬਾਤ ਦੇ ਲਈ, ਬਹੁਤ ਚੰਗਾ ਲੱਗਿਆ ਗੱਲ ਕਰਕੇ। ਤਾਂ ਦੋਸਤੋ ਇਹ ਸੀ ਆਪਣੇ ਨਾਲ ਐਮਨੀ ਗਿੱਲ ਜਿਨ੍ਹਾਂ ਦੀ ਆਪਾਂ ਲਿਖੀ ਹੋਈ ਬੁੱਕ ਸੁਪਨਿਆਂ ਦਾ ਸਿਰਨਾਵਾ ਦੇ ਬਾਰੇ ਖਾਸ ਗੱਲਬਾਤ ਕੀਤੀ, ਸੋਸ਼ਲ ਇਸ਼ੂਜ਼ ਤੇ ਖਾਸ ਗੱਲਬਾਤ ਕੀਤੀ। ਹੋਰ ਵਿਸ਼ੇ ਦੇ ਨਾਲ ਅਗਲੀ ਵਾਰ ਫਿਰ ਪੇਸ਼ ਹੋਵਾਂਗੇ। ਤਦ ਤੱਕ ਲਈ ਦੇਖਦੇ ਰਹੋ ਸਾਡਾ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ। ਧੰਨਵਾਦ।